ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣਾ ਪੇੜੈ ਡਰਿਆਸ। ਊਚਾ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ। ਡੂੰਗਰ ਦੇਖ ਡਰਾਵਣਾ ਪੇੜੈ ਡਰਿਆਸ। ਊਚਾ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ। ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ। ਭਾਈ ਰੇ ਭਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੈ। ਗੁਰ ਤਾਰੀ ਹਰਿ ਨਾਉ ਰਹਾਉ। ਭਾਈ ਰੇ ਭਵ ਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੈ। ਗੁਰ ਤਾਰੀ ਹਰਿ ਨਾਉ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਪਰ ਉਪਕਾਰੀ ਕਰੁਣਾ ਨਿਧਾਨ ਕਿਰਪਾ ਦੀ ਖਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰਿਆਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਨੀ ਮਰਦ ਅਗੰਮੜੇ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ
ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪ ਜੀ ਵਡਭਾਗੇ ਹੋ, ਧੰਤਾ ਦੇ ਯੋਗ ਹੋ, ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ। ਗੁਰੂ ਕਿਰਪਾ ਸਦਕਾ ਸਾਹਿਬਾਂ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਤੇ ਹਾਜ਼ਰੀ ਭਰਨ ਦਾ, ਸਤਿਗੁਰੂ ਜੀ ਦੇ ਦਰਸ਼ਨ ਪਰਸਨ ਕਰਨ ਦਾ, ਗੁਰ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਧੁਰ ਕੀ ਬਾਣੀ ਨੂੰ ਸਰਵਣ ਕਰਦਿਆਂ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਗੁਰਸਿੱਖ ਸੰਗਤਾਂ ਗੁਰਮੁਖ ਪਿਆਰੇ ਜਗਿਆਸੂਆਂ ਨੇ ਸਫਲਿਆਂ ਬਣਾਇਆ ਹੈ, ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਸਥਾਨ ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿਸ ਪਾਵਨ ਬਾਣੀ ਦੇ ਉਪਦੇਸ਼ ਦੁਆਰਾ ਰਹਾਉ ਵਾਲੇ ਬੰਦ ਦੇ ਅੰਦਰ ਸਾਹਿਬਾਂ ਨੇ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਸ਼ਬਦ ਦਾ ਕੇਂਦਰੀ ਭਾਵ ਮੁੱਖ ਭਾਵ ਰੱਖਿਆ ਹੈ। ਸਾਨੂੰ ਸਮਝਾਇਆ ਹੈ, ਭਾਈ ਰੇ ਭਵ ਜਲ ਬਿਖਮ ਡਰਾਉ। ਡਰਾਉਣ ਦਾ ਅਰਥ ਹੈ ਡਰਾਉਣਾ, ਭਿਆਨਕ, ਖਤਰਨਾਕ। ਇਹ ਡਰਾਉਣਾ ਤੇ ਭਿਆਨਕ ਸੰਸਾਰ ਸਮੁੰਦਰ ਸੁਖਦਾਈ ਬਣ ਜਾਂਦਾ ਹੈ। ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰਿ ਨਾਮ। ਇਸ ਸੰਸਾਰ ਤੇ ਇਸ ਜਗਤ ਤੇ ਮਨੁੱਖੀ ਜੀਵਨ ਦੇ ਪ੍ਰਾਪਤ ਹੋਣ ਦਾ, ਮਨੁੱਖਾ ਸਰੀਰ ਧਾਰਨ ਦਾ ਕੁਛ ਲਕਸ਼, ਕੁਛ ਮਕਸਦ, ਕੁਛ ਮਨੋਰਥ ਹੈ, ਜਿਸ ਨੂੰ ਪਾਵਨ ਬਾਣੀ ਦੇ ਅੰਦਰ ਸਾਹਿਬਾਂ ਨੇ ਥਾਵਾਂ ਥਾਵਾਂ ਤੇ ਵਰਣਨ ਕੀਤਾ ਹੈ। ਓਅੰਕਾਰ ਨਾਮੇ ਤੀਰਥ ਬੜਾ ਪ੍ਰਸਿੱਧ ਹੈ। ਸਾਹਿਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਧਰਤੀ ਤੇ ਪਹੁੰਚੇ। ਉਸ ਧਰਤੀ ਨੂੰ ਪਾਵਨ ਮੁਬਾਰਕ ਚਰਨਾਂ ਦੀ ਸ਼ੋਭ ਬਖਸ਼ਿਸ਼ ਕਰਕੇ ਪਵਿੱਤਰਤਾ ਬਖਸ਼ੀ। ਉੱਥੋਂ ਦਾ ਇੱਕ ਪਾਂਡਾ ਸੀ, ਜਿਸ ਪਾਂਡੇ ਨੂੰ ਮੁਖਾਤਬ ਹੁੰਦਿਆਂ ਸਾਹਿਬਾਂ ਆਖਿਆ, ਸੁਨ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਸ ਪਾਵਨ ਬਾਣੀ ਦੇ ਅੰਦਰ ਬਚਨ ਹੈ, ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ। ਉਹ ਪੰਡਤ ਜਿਹੜਾ ਆਪ ਜੰਜਾਲ ਵਿੱਚ ਫਸਿਆ ਸੀ ਤੇ ਹੋਰਨਾਂ ਨੂੰ ਜੰਜਾਲ ਵਿੱਚ ਫਸਾਉਂਦਾ ਸੀ ਕਿ ਪਰਮਾਤਮਾ ਦਾ ਮਿਲਣਾ ਬੜਾ ਔਖਾ, ਬੜਾ ਕਠਿਨ ਹੈ, ਇੱਥੋਂ ਤੱਕ ਕਿ ਮਿਲਿਆ ਹੀ ਨਹੀਂ ਜਾ ਸਕਦਾ, ਇਹ ਕਰ ਲਓ, ਆਓ ਕਰ ਲਓ, ਫਿਰ ਵੀ ਕੋਈ ਨਾ ਕੋਈ ਕਸਰ ਰਹਿ ਹੀ ਜਾਂਦੀ ਹੈ। ਇਹ ਵਿਦਵਾਨ ਲੋਕਾਂ ਨੇ ਇੱਕ ਜੰਜਾਲ ਪੈਦਾ ਕਰ ਰੱਖਿਆ ਸੀ ਪ੍ਰਭੂ ਪਰਮਾਤਮਾ ਦੇ ਰਸਤੇ ਵਿੱਚ। ਤਾਂ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ ਕਿ ਜੰਜਾਲ ਨੂੰ ਪਾਸੇ ਕਰ, ਜੋ ਤੂੰ ਕੁਛ ਲਿਖਦਾ ਪੜ੍ਹਦਾ ਹੈ ਸਾਰਾ ਜੰਜਾਲ ਰੂਪ, ਭਾਵੇਂ ਤੂੰ ਇਹਨੂੰ ਵਿਦਿਆ ਸਮਝ, ਤੀਸਰਾ ਨੇਤਰ ਸਮਝ। ਲਿਖਣਾ ਹੈ ਤੇ ਅਕਾਲ ਪੁਰਖ ਦੀ ਸਿਫਤ ਲਿਖ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੀ ਸਿਫਤ ਕਰੋ, ਉਹਦੀ ਸਿਫਤ ਕਰੋਗੇ, ਵੱਡੇ ਦੀ ਸਿਫਤ ਕਰੋਗੇ ਤੇ ਵੱਡੇ ਹੋ ਜਾਓਗੇ। ਕਿਸੇ ਆਮ ਵਿਅਕਤੀ ਦੀ ਸਿਫਤ ਕਰਾਂਗੇ, ਖੁਸ਼ਾਮਦੀ ਜਾਪਾਂਗੇ, ਲਾਲਚੀ ਪ੍ਰਤੀਤ ਹੋਵਾਂਗੇ ਕਿ ਇਸ ਕਾਰਨ ਉਹਦੀ ਸਿਫਤ ਕਰਦਾ ਹੈ। ਪਰ ਅਕਾਲ ਪੁਰਖ ਦੀ ਸਿਫਤ ਕਰਾਂਗੇ, ਵਡਿਆਈ ਕਰਾਂਗੇ, ਉਹਦੇ ਵਾਲੀਆਂ ਖੂਬੀਆਂ, ਉਹਦੇ ਵਾਲੇ ਦੇਵੀ ਤੇ ਸ਼ੁਭ ਗੁਣ ਮਨੁੱਖ ਦੇ ਹਿਰਦੇ ਵਿੱਚ ਅੰਤਰਾਤਮੇ ਆ ਕਰਕੇ ਟਿਕ ਜਾਣਗੇ। ਇਸੇ ਵਾਸਤੇ ਸਾਹਿਬਾਂ ਆਖਿਆ ਕਿ ਭਾਈ ਅਕਾਲ ਪੁਰਖ ਦੀ ਸਿਫਤ ਲਿਖ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਸੰਸਾਰ ਤੇ ਮਨੁੱਖ ਆਉਂਦਾ ਕਾਹਦੇ ਵਾਸਤੇ? ਲਾਹੇ ਕਾਰਨ ਆਇਆ ਜਗ, ਜਗ ਦੇ ਅੰਦਰ ਲਾਹਾ ਖੱਟਣ ਵਾਸਤੇ ਆਇਆ ਹੈ। ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਉਹ ਲਾਹਾ ਇੱਥੋਂ ਖੱਟ ਕੇ ਜਾਣਾ, ਕਿਸੇ ਹੋਰ ਥਾਂ ਤੇ ਨਹੀਂ।
ਸਗੋਂ ਪੁਰੀਆਂ ਵਿੱਚ ਵਸਣ ਵਾਲੇ ਦੇਵਤੇ ਵੀ ਲੋਚਦੇ ਹਨ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਉਹਨਾਂ ਦੀ ਵੀ ਯਾਤਰਾ ਜਿਹੜੀ ਅੱਧ ਵਿਚਕਾਰ ਰੁਕ ਗਈ, ਯਾਤਰਾ ਪੂਰੀ ਨਾ ਹੋ ਸਕੀ। ਦੇਵ ਪੁਰਸ਼ ਤਾਂ ਬਣ ਗਏ ਪਰ ਨਿਰੰਕਾਰ ਦਾ ਸਰੂਪ ਨਾ ਬਣ ਸਕੇ। ਉਹ ਵੀ ਚਾਹੁੰਦੇ ਕਿ ਮਨੁੱਖਾ ਸਰੀਰ ਪ੍ਰਾਪਤ ਹੋਵੇ, ਪਰੰਤੂ ਸਾਹਿਬ ਕਹਿੰਦੇ ਹੋਏ ਮਜ਼ਦੂਰੀ ਗਿਆ ਠਗਾਏ ਠਾਗੇ। ਮਾਇਆ ਦੀ ਮਜ਼ਦੂਰੀ ਕਰਦਾ ਰਹਿੰਦਾ ਹੈ, ਮਜ਼ਦੂਰ ਬਣ ਜਾਂਦਾ ਹੈ ਮਾਇਆ ਦਾ। ਗਿਆ ਠਗਾਏ ਠੱਗ, ਇਹ ਜੀਵ ਆਪਣੇ ਆਪ ਨੂੰ ਠਗਾ ਕਰਕੇ ਠੱਗਾਂ ਦਾ ਠੱਗਿਆ ਹੋਇਆ ਜਾਂਦਾ। ਔਗਣ ਇਸ ਨੂੰ ਠੱਗ ਲੈਂਦੇ ਹਨ, ਮਾਇਆ ਠੱਗਣੀ ਠੱਗ ਲੈਂਦੀ ਹੈ। ਲਾਹਾ ਨਾਮ ਪੂੰਜੀ ਵੇ ਸਾਹੋ, ਵਾਹਿਗੁਰੂ ਦਾ ਨਾਮ ਦਾ ਜਿਹੜਾ ਲਾਹਾ ਹੈ, ਜੇਕਰ ਤੁਹਾਡੇ ਕੋਲ ਪੂੰਜੀ ਵਿਸਾਹੋ, ਵਿਸਾਹ ਦੀ ਪੂੰਜੀ ਹੋਵੇਗੀ। ਵਿਸਾਹ ਨਾਮ ਹੁੰਦਾ ਭਰੋਸੇ ਦਾ, ਵਿਸ਼ਵਾਸ ਤੇ ਸ਼ਰਧਾ ਦਾ। ਸ਼ਰਧਾ ਦੀ ਪੂੰਜੀ ਦੁਆਰਾ ਹੀ ਤੁਸੀਂ ਨਾਮ ਦਾ ਲਾਹਾ ਖੱਟ ਸਕਦੇ ਹੋ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਾ ਮੁਕਦੀ ਚੱਲੀ ਰਹਿਣ। ਜ਼ਿੰਦਗੀ ਦੀ ਰਾਤ ਦਿਨ ਤੇ ਪੈਰ ਪੈਰ ਤੇ ਕਰੀਆਂ, ਆਪ ਘਟੇ ਤਨ ਸੀਜੈ। ਅੱਜ ਜਿਹੜੀਆਂ ਪੰਕਤੀਆਂ ਵਿਚਾਰਨੀਆਂ ਹਨ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਸਮੇਤ, ਉਹਨਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਭਾਵ ਬਖਸ਼ਿਸ਼ ਕੀਤਾ ਹੈ ਕਿ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕਿਸ ਤਰ੍ਹਾਂ ਇਹ ਜੀਵਨ ਜਿਹੜਾ ਲੰਘ ਜਾਂਦਾ ਹੈ ਬੇਫਿਕਰੀ ਤੇ ਗਾਫਲਤਾਈ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਨੁੱਖ ਨੂੰ ਸੁਚੇਤ ਕਰਦੇ ਹਨ, ਜਾਗਰੂਕ ਕਰਦੇ ਨੇ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਏ। ਜਾਗਣਾ ਜਾਗਣ ਅਨੇਕਾ, ਹਰ ਕੀਰਤਨ ਮਹਿ ਜਾਗਣਾ। ਅਕਾਲ ਪੁਰਖ ਦੀ ਇਬਾਦਤ ਵਿੱਚ, ਸਿਮਰਨ ਵਿੱਚ, ਉਹਦੀ ਵਡਿਆਈ ਵਿੱਚ, ਜਸ ਕੀਰਤੀ 'ਚ ਜਾਗਣਾ ਉੱਤਮ ਜਾਗਣਾ ਹੈ। ਉਹ ਭਾਵੇਂ ਸਰੀਰ ਕਰਕੇ ਜਾਗਣਾ ਹੋਵੇ, ਭਾਵੇਂ ਮਨ ਕਰਕੇ ਜਾਗਣਾ, ਤੇ ਭਾਵੇਂ ਆਤਮਾ ਕਰਕੇ ਜਾਗਣਾ ਹੋਵੇ, ਉਹ ਜਾਗਣਾ ਸ਼ੁਭ ਤੇ ਚੰਗਾ ਉੱਤਮ ਜਾਗਣਾ ਹੈ। ਜਦੋਂ ਮਨੁੱਖੀ ਮਨ ਔਗਣਾ ਵਿਕਾਰਾਂ ਵੱਲੋਂ ਸੁਚੇਤ ਤੇ ਸਾਵਧਾਨ ਹੋ ਜਾਏ, ਇਹੋ ਜਿਹਾ ਜਾਗਣਾ ਉੱਤਮ ਜਾਗਣਾ ਹੈ। ਇਹੋ ਜਿਹਾ ਸੌਣਾ ਉੱਤਮ ਸੌਣਾ ਹੈ। ਸੁਣ ਸਖੀਏ ਮੇਰੀ ਨੀਂਦ ਭਲੀ ਭਲੀ ਨੀਂਦ ਹੈ, ਮੈਂ ਆਪਣਾ ਫਿਰ ਮਿਲਿਆ। ਜਦੋਂ ਸੁਪਨੇ ਵਿੱਚ ਵੀ ਆ ਕੇ ਮਾਲਕ ਦੀਦਾਰ ਦੇ ਦਵੇ, ਆਓ ਸੁਭਾਗੀ ਨੀਂਦੜੀਏ ਮਤ ਸਹੁੰ ਦੇਖਾਂ ਸੋਏ। ਨੀਂਦ ਨੂੰ ਵੀ ਸਾਹਿਬਾਂ ਭਲੀ ਕਿਹਾ ਹੈ। ਗੁਰਮਤਿ ਦੇ ਵਿੱਚ ਨਾ ਨੀਂਦ ਬੁਰੀ ਹੈ, ਸੌਣਾ ਵੀ ਮਾੜਾ ਨਹੀਂ, ਪਰ ਉਹ ਸੌਣਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੀ ਨਾਲ ਜੁੜਿਆ ਜਾਏ। ਨਹੀਂ ਤਾਂ ਬਾਬਾ ਹੋਰ ਸੌਣਾ, ਜਿਹੜਾ ਹੋਰ ਸੌਣਾ ਨਾ, ਉਹਦੇ ਬਾਰੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਅੰਦਰ ਦੱਸ ਦਿੱਤਾ ਹੈ। ਜਿਤ ਸੁੱਤੈ ਤਨ ਪੀੜੀਏ, ਮਨ ਮਹਿ ਚੱਲੇ ਵਿਕਾਰ। ਸੁੱਤਿਆਂ ਹੋਇਆ ਸਰੀਰ ਪੀੜਿਆ ਜਾਏ, ਮਨ ਵਿੱਚ ਵਿਕਾਰ ਪੈਦਾ ਹੋ ਜਾਣ। ਖਾਣਾ ਪੀਣਾ, ਲੀੜਾ ਕੱਪੜਾ ਪਹਿਨਣਾ, ਸੌਣਾ, ਸਾਰਿਆਂ ਦੇ ਬਾਰੇ ਹੀ ਸਾਹਿਬਾਂ ਨੇ ਕੋਈ ਭੁਲੇਖਾ, ਕੋਈ ਭਰਮ ਆਤਮ ਮਾਰਗ ਦੇ ਪਾਂਧੀ ਦੇ ਜੀਵਨ ਵਿੱਚ ਨਹੀਂ ਰਹਿਣ ਦਿੱਤਾ, ਸਗੋਂ ਖੋਲ੍ਹ ਕੇ ਖੁਲਾਸਾ ਕਰ ਦਿੱਤਾ। ਜਿਹੜਾ ਜੰਜਾਲ ਪੜ੍ਹੇ ਲਿਖੇ ਵਿਦਵਾਨਾਂ ਵੱਲੋਂ, ਵਿਆਖਿਆਕਾਰਾਂ ਵੱਲੋਂ ਪਾਇਆ ਗਿਆ ਸੀ। ਪੰਕਤੀ ਬੜੀ ਸਰਲ ਹੁੰਦੀ, ਪਰ ਅਰਥ ਕਰਨ ਲੱਗੇ, ਅਰਥ ਪੜ੍ਹੀਏ ਨਾ ਟੀਕਾਕਾਰਾਂ ਦੇ, ਇੰਨੇ ਗੁੰਝਲਦਾਰ ਅਰਥ ਕਿ ਉਹ ਸਮਝ ਹੀ ਨਹੀਂ ਪੈਂਦੇ ਕਿ ਅਰਥ ਕੀ ਕੀਤੇ ਨੇ। ਬੰਦਾ ਆਪਣੇ ਦਿਮਾਗ ਨਾਲ ਸੋਚੇ ਕਿ ਤਾਂ ਸਿੱਧਾ ਜਿਹਾ ਭਾਵ ਕੀ ਹੈ, ਬੜੀ ਛੇਤੀ ਸਮਝ ਪਵੇਗੀ। ਪਰ ਉਹੀ ਪੰਕਤੀ ਦੇ ਵੱਖ-ਵੱਖ ਟੀਕਾਕਾਰਾਂ ਦੇ ਅਰਥ ਪੜ੍ਹੀਏ ਤੇ ਮਨੁੱਖ ਚਕਰਤ ਰਹਿ ਜਾਂਦਾ ਹੈ ਕਿ ਪੰਕਤੀ ਤਾਂ ਬੜੀ ਉੱਪਰ ਸੁਖੈਨ ਹੈ, ਪਰ ਅਰਥ ਇੰਨਾ ਗੁੰਝਲਦਾਰ ਕਰ ਦਿੱਤਾ ਹੈ। ਸੋ ਇਹੀ ਹਾਲ ਉਸ ਸਮੇਂ ਦੀ ਵਿਦਿਆ ਦਾ ਸੀ, ਜਦੋਂ ਵੇਦਾਂ ਸ਼ਾਸਤਰਾਂ ਦੇ ਗਿਆਤਾ ਵਿਆਖਿਆਕਾਰ ਪਰਲੋਕ ਦੇ ਸੰਬੰਧ ਵਿੱਚ ਬਹੁਤ ਕੁਝ ਦੱਸ ਰਹੇ ਸਨ ਕਿ ਪਰਲੋਕ ਇਸ ਤਰ੍ਹਾਂ ਦਾ ਹੈ, ਪਰਲੋਕ ਉਸ ਤਰ੍ਹਾਂ ਦਾ ਹੈ। ਰੱਬ ਦੇ ਘਰ 'ਚ ਪਹੁੰਚਣ ਵਾਸਤੇ ਕੋਈ ਸੌਖੀਆਂ ਗੱਲਾਂ ਨਹੀਂ, ਬੜਾ ਔਖਾ ਮਾਰਗ ਹੈ। ਹਾਂ, ਇਸ ਗੱਲ ਵਿੱਚ ਕੋਈ ਸ਼ੱਕ, ਕੋਈ ਸੰਦੇਹ ਨਹੀਂ ਕਿ ਉਹ ਮਾਰਗ ਕੋਈ ਬਹੁਤਾ ਸੌਖਾ ਵੀ ਨਹੀਂ, ਔਖਾ ਹੈ। ਪਰ ਸਤਿਗੁਰੂ ਦਾ ਸਿਰ 'ਤੇ ਹੱਥ ਹੋਵੇ, ਗੁਰੂ ਪ੍ਰਾਪਤ ਹੋ ਜਾਵੇ ਤੇ ਔਖਾ ਵਿਖੜਾ ਮਾਰਗ ਵੀ ਸੁਖੈਨ ਬਣ ਜਾਂਦਾ ਹੈ। ਸਾਗਰ ਤਰਿਓ ਬਾਸ਼ਰ ਖੋਜ, ਸਿੰਧ ਸਮਾਇਓ ਘਟਕੇ ਮਾਹੇ। ਹੋ ਸਕਦਾ ਕਦੀ ਇਸ ਤਰ੍ਹਾਂ ਕਿ ਘੜੇ ਵਿੱਚ ਸਮੁੰਦਰ ਸਮਾ ਜਾਵੇ, ਘੜੇ ਵਿੱਚ ਸਮੁੰਦਰ ਦਾ ਪਾਣੀ ਸਾਰਾ ਪੈ ਜਾਵੇ, ਪਰ ਗੁਰੂ ਸਾਹਿਬ ਕਹਿੰਦੇ ਹੋ ਸਕਦਾ ਹੈ। ਜਿਹੜਾ ਅਸੰਭਵ ਹੈ ਨਾ, ਸੰਭਵ ਹੋ ਸਕਦਾ। ਕਦੋਂ? ਜਦੋਂ ਗੁਰੂ ਸਮਰੱਥ ਸਿਰ 'ਤੇ ਹੱਥ ਧਰ ਦੇਵੇ, ਗੁਰੂ ਕਿਰਪਾ ਦਾ ਹੱਥ ਰੱਖੇ ਤੇ ਸਭ ਕੁਝ ਹੀ ਸੰਭਵ ਹੈ।
नहीं तो मनुख दीयां अकलां चतराइयां सियाणपां ਜਿਹੜੀਆਂ ਹਨ ਜਿੱਥੇ ਸਾਰੀਆਂ ਵਿਕਾਰ ਹੋ ਜਾਣ, ਨਿਸਫਲ ਤੇ ਵਿਅਰਥ ਹੋ ਜਾਣ, ਫੇਲ ਹੋ ਜਾਣ, ਉਦੋਂ ਫਿਰ ਮਨੁੱਖ ਜਦੋਂ ਹੱਥ ਜੋੜ ਕੇ ਬੇਨਤੀ ਕਰੇ ਗੁਰੂ ਕਿਰਪਾ ਕਰਦਾ। ਸਾਡੇ ਇਤਿਹਾਸ ਦੇ ਅੰਦਰ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਇਤਿਹਾਸਕ ਸਾਖੀਆਂ ਨੇ। ਮੱਖਣ ਸ਼ਾਹ ਦਾ ਬੇੜਾ ਰੁਕ ਜਾਂਦਾ ਹੈ, ਪਤਾ ਲੱਗਦਾ ਕਿ ਇੱਥੇ ਰੇਤਾ ਥੱਲੇ ਆ ਗਿਆ ਹੈ। ਸਾਥੀਆਂ ਨੂੰ ਕਹਿੰਦਾ ਉਤਰੋ, ਜ਼ੋਰ ਲਾਈਏ। ਸਾਰੇ ਹੀਲੇ ਵਸੀਲੇ ਕੀਤੇ ਹੰਭ ਹਾਰ ਕੇ ਜਦੋਂ ਬੇੜਾ ਨਿਕਲਦਾ ਨਹੀਂ, ਅਖੀਰ ਫਿਰ ਗਰੀਬ ਨਵਾਜ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਦੇ ਹਨ। ਮਹਾਰਾਜ ਮੈਨੂੰ ਤੁਸੀਂ ਨਹੀਂ ਪਤਾ ਕਿ ਕਿੱਥੇ ਹੋ, ਕਿਰਪਾ ਕਰੋ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜੋਤ ਦੇ ਵਾਰਸ ਹੋ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪ ਬੌੜੀ ਕਰੋ, ਸੇਵਕ ਦੀ ਲਾਜ ਰੱਖੋ। ਬਾਲਾ ਪ੍ਰੀਤਮ ਤਾਂ ਜੋਤੀ ਜੋ ਸਮਾ ਚੁੱਕੇ ਸਨ, ਪਰ ਉਹ ਆਪਣੀ ਜੋਤ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ ਦੇ ਬਚਨ ਅਟਲ ਕਹਿ ਗਏ ਸਨ। ਤੇ ਮੱਖਣ ਸ਼ਾਹ ਦੇ ਬੇੜੇ ਨੂੰ ਪਾਰ ਕਿੰਨੇ ਲਾਇਆ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪ ਮੋਢਾ ਦੇ ਕੇ। ਉਹ ਨਹੀਂ ਸੀ ਉਸ ਸਮੇਂ ਜਾਣਦਾ ਕਿ ਉਹ ਨਾਵੇਂ ਸਰੂਪ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਗੁਰੂ ਸਰੂਪ ਹਨ। ਪਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਜਗਿਆਸੂ ਰੂਪ ਜਦੋਂ ਕੋਈ ਤਰਲਾ ਤੇ ਬੇਨਤੀ ਲੈ ਕੇ ਕਰਦਾ ਹੈ, ਗੁਰੂ ਸਹਾਇਤਾ ਕਰਦਾ। ਜਿੱਥੇ ਮਨੁੱਖ ਦਾ ਮਨੁੱਖੀ ਸਰੀਰ ਦਾ ਬਲ, ਮਾਨਸਿਕ ਬਲ, ਆਤਮਿਕ ਬਲ ਜਦੋਂ ਸਾਰਾ ਛੁੱਟ ਜਾਏ, ਉਦੋਂ ਗੁਰੂ ਦਾ ਬਲ, ਗੁਰੂ ਦੀ ਸ਼ਕਤੀ, ਗੁਰੂ ਦੀ ਸਮਰੱਥਾ ਕਰਮ ਕਰਦੀ ਹੈ। ਉਹ ਜਿਹੜਾ ਕੰਮ ਨਹੀਂ ਵੀ ਹੋ ਸਕਦਾ ਉਹ ਵੀ ਕਰ ਦਿੰਦੇ ਹਨ। ਇਸ ਸ਼ਬਦ ਦੇ ਅੰਦਰ ਸੰਸਾਰ ਸਾਗਰ ਦਾ ਤਰਨਾ ਇਸ ਤਰ੍ਹਾਂ ਦੱਸਿਆ ਜਿਵੇਂ ਪਹਾੜ 'ਤੇ ਚੜ੍ਹਨਾ ਹੋਵੇ। ਹੁਣ ਐਵਰੈਸਟ ਦੀ ਚੋਟੀ 'ਤੇ ਚੜ੍ਹਨਾ ਕੋਈ ਸੌਖਾ ਨਹੀਂ ਹੈ। ਹੇਮਕੁੰਟ ਸਾਹਿਬ ਨੂੰ ਜਿਹੜੇ ਜਾਂਦੇ ਨੇ ਯਾਤਰੀ, ਉਹਨਾਂ ਨੂੰ ਪਤਾ ਕਿ ਕਿੰਨਾ ਬਿਖੜਾ ਰਸਤਾ ਹੈ। ਕਈਆਂ ਦੇ ਪੈਰ ਸੁੱਜ ਜਾਂਦੇ ਹਨ, ਜ਼ਖਮੀ ਹੋ ਜਾਂਦੇ ਹਨ, ਬਿਖੜਾ ਮਾਰਗ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਇੱਕ ਅਲੰਕਾਰ ਵਰਤਿਆ ਇਸ ਸ਼ਬਦ ਦੇ ਅੰਦਰ, ਇੱਕ ਇਸਤਰੀ ਦਾ। ਜਿਵੇਂ ਪੇਕਿਆਂ ਦੇ ਘਰ ਵਿੱਚ ਨੌਜਵਾਨ ਬੀਬੀ ਮਾਤਾ ਪਿਤਾ ਦੇ ਘਰ ਵਿੱਚ ਰਹਿੰਦੀ ਬੇਖਬਰ ਹੈ, ਪਰ ਉਹਨੂੰ ਕਿਸੇ ਨੇ ਦੱਸ ਦਿੱਤਾ ਕਿ ਅਖੀਰ ਤੂੰ ਸਹੁਰੇ ਘਰ ਜਾਣਾ ਬੀਬਾ। ਜਿਹੜਾ ਤੇਰੇ ਪਤੀ ਦਾ ਘਰ ਹੈ ਨਾ, ਬੜੇ ਉੱਚੇ ਪਹਾੜ ਦੇ ਆਸੇ ਪਾਸੇ ਸਮੁੰਦਰ ਹੈ, ਤੇ ਜੇ ਤੂੰ ਸਮੁੰਦਰ ਲੰਘ ਵੀ ਗਈ ਤੇ ਪਹਾੜ 'ਤੇ ਚੜ੍ਹਨਾ ਕੋਈ ਸੌਖਾ ਨਹੀਂ ਹੂੰ, ਬੜਾ ਔਖਾ, ਬੜਾ ਕਠਿਨ ਹੈ। ਉਹ ਬੀਬਾ ਡਰ ਗਈ ਕਿ ਜੋ ਮੈਨੂੰ ਦੱਸ ਰਹੇ ਨੇ ਵਾਕਿਆ ਹੀ ਉਹ ਬੜਾ ਖਤਰਨਾਕ ਹੋਵੇਗਾ। ਇਸੇ ਤਰ੍ਹਾਂ ਹੀ ਜਦੋਂ ਜਿਗਿਆਸਾ ਮਨ ਵਿੱਚ ਪੈਦਾ ਹੋਈ, ਵੇਦਾਂ ਸ਼ਾਸਤਰਾਂ ਦੇ ਵਿਆਖਿਆਕਾਰਾਂ ਨੇ ਦੱਸ ਦਿੱਤਾ ਕਿ ਹਾਂ ਉਹਦਾ ਟਿਕਾਣਾ ਜਿਹੜਾ ਨਾ ਬੜਾ ਕਠਿਨ ਔਖਾ ਹੈ। ਗੁਰੂ ਸਾਹਿਬ ਨੇ ਕਿਹਾ ਹਾਂ ਬਿਲਕੁਲ ਔਖਾ ਹੈ, ਕੋਈ ਸ਼ੱਕ ਨਹੀਂ, ਪਰ ਤੁਸੀਂ ਰਸਤਾ ਉਹ ਇੰਨਾ ਗੁੰਝਲਦਾਰ ਬਣਾ ਕੇ ਪੇਸ਼ ਕਰਦੇ ਹੋ ਕਿ ਕੋਈ ਉਸ ਪਾਸੇ ਮੂੰਹ ਨਾ ਕਰੇ। ਗੁਰੂ ਸਾਹਿਬ ਨੇ ਬਾਣੀ 'ਚ ਦੱਸ ਦਿੱਤਾ ਹੈ, ਭਗਤਾਂ ਦੀ ਰਸਨਾ ਦੁਆਰਾ ਜਿਹੜੇ ਇਸ ਰਸਤੇ ਦੇ ਪੰਧੀ ਬਣੇ। ਘਟ ਅਵਕਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ, ਮੇਰੀ ਪੈਜ ਰਾਖ ਮੁਰਾਰ। ਭਗਤ ਬਾਬਾ ਰਵਿਦਾਸ ਸਾਹਿਬ ਜੀ ਮਹਾਂਪੁਰਸ਼ ਉਹ ਕਹਿੰਦੇ ਬਿਲਕੁਲ ਸੱਚ ਹੈ। ਘਟ ਅਵਕਟ ਡੂਗਰ ਘਣਾ, ਘਟ ਅਵਕਟ ਦਾ ਅਰਥ ਹੈ ਵਿਖੜਾ ਮਾਰਗ, ਔਖਾ ਰਾਹ। ਡੂਗਰ ਦਾ ਅਰਥ ਹੁੰਦਾ ਪਹਾੜੀ, ਪਹਾੜੀ ਰਾਹ ਬੜਾ ਕਠਿਨ ਔਖਾ ਹੈ। ਇੱਕ ਨਿਰਗੁਣ ਬੈਲ ਹਮਾਰ, ਜਿਹੜਾ ਮੇਰਾ ਬੈਲ ਬਲਦ ਹੈ ਨਾ, ਇਹ ਬੜਾ ਮਾੜਾ ਜਿਹਾ ਹੈ। ਤੇ ਜਿਹੜਾ ਮਾੜਾ ਬਲਦ ਹੋਵੇ ਇਹਦੇ ਕੋਲ ਤਾਂ ਗੱਡਾ ਪੱਧਰ ਰਾਹ 'ਤੇ ਨਹੀਂ ਖਿੱਚਿਆ ਜਾਂਦਾ, ਤੇ ਪਹਾੜ 'ਤੇ ਗੱਡ ਚੜਾਉਣੀ ਹੋਵੇ ਤੇ ਕੋਈ ਸੌਖੀ ਹੈ। ਜਿਹੜਾ ਮਨ ਰੂਪੀ ਬਲਦ ਹੈ ਨਾ, ਬੜਾ ਨਿਰਗੁਣਾ ਰਾਹ ਹੈ, ਇਹਦੇ 'ਚ ਕੋਈ ਸ਼ੁਭ ਗੁਣ ਨਹੀਂ, ਬੜਾ ਮਾੜਾ ਤੇ ਬੜਾ ਲਿੱਸਾ ਜਿਹਾ ਹੈ। ਰਮਈਏ ਸੋ ਇੱਕ ਬੇਨਤੀ, ਮੇਰੀ ਪੈਜ ਰਾਖ ਮੁਰਾਰ। ਮਾਲਕ ਅੱਗੇ ਬੇਨਤੀ ਕੀਤੀ, ਮਾਲਕਾ ਤੇਰੇ ਅੱਗੇ ਫਰਿਆਦ ਬੇਨਤੀ ਤਰਲਾ ਹੈ, ਮੇਰੀ ਪੈਜ ਰੱਖ ਲੈ। ਜੇ ਮੈਂ ਇਸ ਰਾਹ 'ਤੇ ਤੇਰੀ ਕਿਰਪਾ ਨਾਲ ਤੁਰਿਆ, ਤੂੰ ਆਪ ਮੈਨੂੰ ਮੰਜ਼ਿਲ ਬਖਸ਼। ਤੇਰੇ ਟਿਕਾਣੇ 'ਤੇ ਮੈਂ ਤੇਰੀ ਕਿਰਪਾ ਦੁਆਰਾ ਪਹੁੰਚਾਂ, ਜਿੱਥੇ ਮੇਰੀ ਬੁੱਧੀ ਦੀ ਸਿਆਣਪ, ਅਕਲ, ਹਰ ਪ੍ਰਕਾਰ ਦਾ ਸਰੀਰਕ ਮਾਨਸਿਕ ਬਲ ਹਮ ਬਹਾਰ ਮੁਕਟ ਜਾਏ, ਉੱਥੇ ਫਿਰ ਤਰਲਾ ਹੀ ਹੈ, ਅਰਦਾਸ ਹੈ। ਤੇ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਆਪਣੇ ਟਿਕਾਣੇ 'ਤੇ ਪਹੁੰਚਾ ਦਿਓ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਕਿਸੇ ਤਰ੍ਹਾਂ ਦਾ ਜਮਾਂ ਦਾ ਭਉ, ਡਰ ਤੇ ਖੌਫ ਸਤਾਉਂਦਾ ਨਹੀਂ, ਦੁਨੀਆ ਦੇ ਦੁੱਖ ਆ ਕਰਕੇ ਤੋੜਦੇ ਨਹੀਂ, ਦੁਖੀ ਨਹੀਂ ਕਰਦੇ। ਕਿਰਪਾ ਕਰੋ, ਤੁਸੀਂ ਮੇਰੀ ਸਹਾਇਤਾ ਕਰੋ।
ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਤਰ੍ਹਾਂ ਸਮਝਾਇਆ ਕਿ ਜਦੋਂ ਜਗਿਆਸੂ ਰੂਪ ਇਸਤਰੀ ਸਤਿਗੁਰੂ ਮਹਾਂਪੁਰਖ ਦੇ ਕੋਲ ਆਈ, ਸਤਿਗੁਰੂ ਮਹਾਂਪੁਰਖ ਨੇ ਦੱਸਿਆ ਕਿ ਬੇਟਾ ਬੀਬਾ, ਹਾਂ ਮਾਰਗ ਸੌਖਾ ਨਹੀਂ ਹੈ, ਪਰ ਗੁਰੂ ਬਾਂਹ ਫੜ ਲਵੇ, ਗੁਰੂ ਬਾਂਹ ਫੜ ਕੇ ਖਿੱਚ ਕੇ ਤੇ ਉਸ ਮਾਰਗ ਤੇ ਪਾ ਕੇ ਤੋਰਦਾ ਹੀ ਨਹੀਂ, ਪਹੁੰਚਾ ਦਿੰਦਾ ਹੈ, ਮਾਲਕ ਨਾਲ ਮਿਲਾਪ ਕਰਵਾ ਦਿੰਦਾ ਹੈ। ਸੋ ਭਵਜੜ ਸੰਸਾਰ ਸਾਗਰ ਦਾ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਤਰਨਾ ਔਖਾ ਹੈ ਪਰ ਗੁਰੂ ਕਿਰਪਾ ਕਰਕੇ ਤਾਰ ਦਿੰਦਾ ਹੈ। ਜਿਵੇਂ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਇੱਕ ਪੰਕਤੀ ਦੁਆਰਾ ਬੜਾ ਹੀ ਭਾਵ ਪੂਰਤ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜੋ ਆਤਮ ਮਾਰਗ ਦੇ ਪਾਂਧੀ ਵਾਸਤੇ, ਇੱਕ ਜਗਿਆਸੂ, ਇੱਕ ਗੁਰਸਿੱਖ ਵਾਸਤੇ ਬਹੁਤ ਹੀ ਲਾਹੇਵੰਦ ਹੈ। ਜੀਵਨ ਦੀ ਅਗਵਾਈ ਬਖਸ਼ਿਸ਼ ਕਰਦਾ ਹੈ ਕਿ ਜਗਿਆਸੂ ਕਦੀ ਕਿਤੇ ਖੱਬੇ ਸੱਜੇ ਭਟਕ ਨਾ ਜਾਵੇ, ਕਿਸੇ ਤਰ੍ਹਾਂ ਦੇ ਉਤਰਾ ਚੜ੍ਹਾਅ ਦੇ ਵਹਿਣ ਵਿੱਚ ਨਾ ਵਹਿ ਜਾਏ, ਸਗੋਂ ਗੁਰੂ ਬਖਸ਼ੀ ਹੋਈ ਤੌਫੀਕ ਸੋਝੀ ਸਮਝ ਗਿਆਤ ਦੁਆਰਾ ਉਸ ਮਾਰਗ ਤੇ ਤੁਰ ਕੇ ਮਾਲਕ ਦੇ ਦੇਸ਼ ਦਾ ਵਾਸੀ ਬਣ ਜਾਏ। ਸੋ ਜਿਵੇਂ ਸਹਿ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ, ਜਪੀਏ ਵਾਹਿਗੁਰੂ ਸਤਨਾਮ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣਾ, ਪੇੜੈ ਡਰਿਆਸ। ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਬਾਰੇ ਪੰਜਵੇਂ ਸਰੂਪ ਦੇ ਬਚਨ ਹਨ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਹੀ ਸਭ ਤੋਂ ਵੱਡਾ ਹੈ, ਮਹਾਨ ਹੈ, ਕਿਉਂਕਿ ਉਹ ਆਪ ਪਰਮੇਸ਼ਰ ਦਾ ਸਰੂਪ ਹੈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਅਕਾਲ ਪੁਰਖ ਨੇ ਹੀ ਗੁਰੂ ਨਾਨਕ ਅਖਵਾਇਆ। ਗੁਰੂ ਨਾਨਕ ਕੋਈ ਵਿਅਕਤੀ, ਕੋਈ ਮਨੁੱਖ, ਕੋਈ ਪੰਜਾਂ ਤੱਤਾਂ ਦੀ ਦੇਹੀ ਦਾ ਨਾਮ ਨਹੀਂ। ਗੁਰੂ ਨਾਨਕ ਅਕਾਲ ਪੁਰਖ ਪਰਮੇਸ਼ਰ ਦਾ ਆਪਣਾ ਨਾਮ ਹੈ, ਉਹ ਆਪ ਹੀ ਅਵਤਰਿਆ ਹੈ। ਸੋ ਸਾਹਿਬ ਫਰਮਾ ਰਹੇ ਨੇ, ਡੂੰਗਰ ਦੇਖ ਡਰਾਵਨੋ। ਡੂੰਗਰ ਦਾ ਅਰਥ ਹੁੰਦਾ ਹੈ ਪਹਾੜ, ਪਹਾੜੀ ਰਸਤਾ, ਪਹਾੜ ਦੀ ਚੋਟੀ। ਆਮ ਤੌਰ 'ਤੇ ਪੁਰਾਣੀ ਬੋਲੀ 'ਚ ਇਹਨੂੰ ਡੋਗਰ ਕਹਿ ਦਿੰਦੇ ਸਨ। ਕੀਰਤਪੁਰ ਸਾਹਿਬ ਦਾ ਨਾਮ, ਪੁਰਾਣਾ ਨਾਮ ਡੋਗਰਾ ਸੀ। ਦੋ ਘਰਾਂ ਵੀ ਉਸ ਨੂੰ ਕਹਿੰਦੇ ਸਨ, ਕਿਉਂਕਿ ਪਹਾੜ ਸਨ ਬਹੁਤ ਸਾਰੇ। ਹੁਣ ਤਾਂ ਬਹੁਤ ਸਾਰੇ ਪਹਾੜ ਢਾਹ ਕੇ ਘਰ ਬਣਾ ਦਿੱਤੇ ਗਏ। ਸੋ ਆਮ ਪੰਜਾਬੀ ਬੋਲੀ ਦਾ ਇਹ ਸ਼ਬਦ ਹੈ, ਜੋ ਸ਼ਬਦ ਜੋ ਲਫ਼ਜ਼ ਅੱਜ ਸਾਡੇ ਕੋਲੋਂ ਗਵਾਚ ਗਏ ਹਨ। ਅੱਜ ਕਿਸੇ ਬੱਚੇ ਨੂੰ, ਭਾਵੇਂ ਉਹ ਪੰਜਾਬ 'ਚ ਜੰਮਿਆ ਹੋਵੇ, ਕਹੋ ਕਿ ਡੂੰਗਰ ਕੀ ਹੁੰਦਾ ਹੈ, ਉਹ ਸੋਚੇਗਾ, ਚੱਕਰਤ ਰਹਿ ਜਾਵੇਗਾ ਕਿ ਡੂੰਗਰ ਕੀ ਹੁੰਦਾ। ਡੂੰਗਰ ਸ਼ੁੱਧ ਪੰਜਾਬੀ ਵਿੱਚ ਪਹਾੜ ਨੂੰ ਕਹਿੰਦੇ ਹਨ। ਬੜੇ ਸਾਰੇ ਇਹੋ ਜਿਹੇ ਪੰਜਾਬੀ ਦੇ ਗੁਰਮੁਖੀ ਦੇ ਸ਼ਬਦ ਨੇ, ਜਿਨ੍ਹਾਂ ਦੇ ਅਰਥ ਲੱਭਣ ਵਾਸਤੇ ਸਾਨੂੰ ਕੋਸ਼ ਫੋਲਣੇ ਪੈਂਦੇ ਹਨ ਕਿ ਕੋਸ਼ਾਂ ਵਿੱਚ ਇਹਦਾ ਅਰਥ ਕੀ ਹੈ। ਸੋ ਵਿਦਵਾਨ ਪੁਰਸ਼ਾਂ ਨੇ ਡੂੰਗਰ ਦੇ 3-4 ਅਰਥ ਕੀਤੇ ਹਨ। ਡੂੰਗਰ ਦਾ ਅਰਥ ਹੁੰਦਾ ਹੈ ਪਹਾੜੀ ਰਾਹ, ਔਖਾ ਮਾਰਗ। ਡੂੰਗਰ ਦਾ ਅਰਥ ਹੁੰਦਾ ਪਹਾੜ। ਡੂੰਗਰ ਦਾ ਅਰਥ ਹੁੰਦਾ ਪਹਾੜ ਦੀ ਚੋਟੀ। ਸੋ ਇਹ ਸਾਰੇ ਹੀ ਤਕਰੀਬਨ ਸਮਾਨ ਅਰਥ ਹਨ, ਬਰਾਬਰ ਦੇ ਅਰਥ ਹਨ। ਡੂੰਗਰ ਦੇਖ ਡਰਾਵਨੋ, ਪਹਾੜੀ ਰਾਹ, ਪਹਾੜੀ ਰਸਤਾ, ਪਹਾੜ ਤੇ ਚੜ੍ਹਨਾ, ਪਹਾੜ ਦੀ ਉੱਚੀ ਚੋਟੀ ਵੇਖ ਕਰਕੇ ਡਰਾਵਨੋ ਡਰ ਗਈ।
ਕੌਣ ਡਰ ਗਈ? ਪਈਅੜੇ, ਜਿਹੜੀ ਪੇਕੇ ਘਰ ਵਿੱਚ ਅਜੇ ਰਹਿੰਦੀ ਸੀ, ਅਜੇ ਬੀਬਾ ਵਿਆਹੀ ਨਹੀਂ। ਡਰਿਆਸ ਦਾ ਅਰਥ ਹੈ ਡਰ ਗਈ, ਡਰ ਵਿੱਚ ਆ ਗਈ, ਡਰ ਰਹੀ ਹੈ। ਕਿਉਂ ਡਰ ਰਹੀ ਹੈ? ਡਰ ਇਸ ਗੱਲ ਦਾ ਹੈ ਕਿ ਜਿਸ ਥਾਂ ਤੇ ਪਤੀ ਦਾ ਵਾਸਾ ਨਾ, ਉੱਥੇ ਪਹੁੰਚਣਾ ਬੜਾ ਔਖਾ ਹੈ। ਸੰਸਾਰੀ ਉਦਾਹਰਨ ਲੈ ਕਰਕੇ ਜੇਕਰ ਅਸੀਂ ਵੇਖੀਏ ਕਿ ਧੀ ਭੈਣ ਨੂੰ ਪਤਾ ਲੱਗੇ ਕਿ ਜਿੱਥੇ ਮੇਰਾ ਪਤੀ ਉਹ ਮਾਰਗ ਬੜਾ ਔਖਾ ਹੈ, ਉਹਦੇ ਪਾਸ ਮੈਂ ਪਹੁੰਚਣਾ ਹੈ, ਬੜਾ ਵਿਖੜਾ ਔਖਾ ਰਾਹ ਹੈ, ਤੇ ਭੈ ਤਾਂ ਮਨ ਵਿੱਚ ਆਉਂਦਾ ਹੀ ਹੈ ਨਾ। ਹੁਣ ਕੋਈ ਬਾਹਰ ਵਿਦੇਸ਼ ਵਿੱਚ ਪਤੀ ਹੋਵੇ, ਇੱਥੋਂ ਜਾਣਾ ਹੋਵੇ ਕਿਸੇ ਨੇ, ਤੇ ਉਹਦੇ ਮਨ ਵਿੱਚ ਵੀ ਭਾਵੇਂ ਚਾਅ ਤਾਂ ਜ਼ਰੂਰ ਹੋਵੇਗਾ, ਪਰ ਭੈ ਨਾਲ ਹੋਵੇਗਾ, ਪਤਾ ਨਹੀਂ ਕਿਵੇਂ ਪਹੁੰਚਣਾ ਹੈ। ਸੋ ਇਹਨੂੰ ਕਹਿੰਦੇ ਨੇ ਡਰਿਆਸ, ਡਰਨਾ। ਇਸੇ ਤਰ੍ਹਾਂ ਹੀ ਆਤਮ ਮਾਰਗ ਦੀ ਪਾਂਧੀ ਜਿਹੜੀ ਗੁਰਮੁਖ ਜਗਿਆਸੂ ਰੂਪ ਇਸਤਰੀ ਹੈ, ਡੂੰਗਰ ਦੇਖ ਡਰਾਵਨੋ। ਡੂੰਗਰ ਦਾ ਅਰਥ ਹੈ ਪਹਾੜ। ਉਹ ਉੱਚਾ ਮਹਿਲ, ਆਤਮਿਕ ਰੁਤਬਾ ਜਿੱਥੇ ਮਾਲਕ ਵਸਦਾ ਹੈ, ਉਹਦੇ ਬਾਰੇ ਜਦੋਂ ਦੇਖ ਵੇਖਿਆ ਨਾ। ਡਰਾਵਨੋਂ ਦਾ ਅਰਥ ਹੈ ਡਰਾਉਣਾ, ਭਿਆਨਕ। ਜਿਹਨੂੰ ਵੇਖਿਆ ਤੇ ਸੁਣਿਆ ਹੀ ਮਨ 'ਚ ਭੈ ਪੈਦਾ ਹੋ ਜਾਵੇ। ਚੜ੍ਹਨਾ ਤਾਂ ਜੇ ਅਗਲੀ ਗੱਲ ਹੈ ਕਿ ਐਡੀ ਉੱਚੀ ਪਹਾੜੀ ਤੇ ਕਿਵੇਂ ਚੜਾਂਗੇ। ਪਈਅੜੇ ਦਾ ਅਰਥ ਹੁੰਦਾ ਪੇਕਾ ਘਰ। ਡਰਿਆਸ ਦਾ ਅਰਥ ਹੈ ਡਰ ਰਹੀ ਹੈ, ਭੈ ਭੀਤ ਹੋ ਰਹੀ ਹੈ। ਜਿਗਿਆਸੂ ਰੂਪ ਇਸਤਰੀ ਉੱਚੇ ਪਹਾੜ ਦੀ ਤਰ੍ਹਾਂ, ਉੱਚੇ ਪਹਾੜ ਤੇ ਚੜ੍ਹਨ ਦੀ ਨਿਆਈ, ਜੋ ਆਤਮਾ ਦਾ ਮਾਰਗ ਹੈ, ਆਤਮਾ ਦਾ ਸਫ਼ਰ ਹੈ। ਐਵੇਂ ਨੇ ਕਿਹਾ ਕਿ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਹੋ ਕਬੀਰ। ਬਾਬਾ ਕਬੀਰ ਸਾਹਿਬ ਕਹਿੰਦੇ ਅਵਕਟ ਘਾਟੀ। ਅਵਕਟ ਘਾਟੀ ਦਾ ਅਰਥ ਹੁੰਦਾ ਵਿਖੜਾ ਰਾਹ, ਔਖਾ ਮਾਰਗ, ਪਹਾੜੀ ਰਸਤਾ। ਕਹਿੰਦੇ ਜਦੋਂ ਨਿਗਾਹ ਮਾਰ ਕੇ ਵੇਖਿਆ ਨਾ, ਆਗੇ ਪਾਛੇ, ਅੱਗੇ ਤੇ ਪਿੱਛੇ ਕਹਿੰਦੇ ਕੋਈ ਨਜ਼ਰ ਨਹੀਂ ਪੈਂਦਾ। ਕਿਉਂ ਨਹੀਂ ਨਜ਼ਰ ਪੈਂਦਾ? ਕਿਉਂਕਿ ਰਾਹ ਔਖਾ ਹੈ। ਬਹੁਤੇ ਨੇੜੇ ਵੇਖ ਕੇ ਡਰ ਜਾਂਦੇ, ਕੋਈ ਥੋੜੇ ਬਾਅਦ ਚੜ੍ਹਾਈ ਚੜ੍ਹਨ ਲੱਗੇ, ਉਹ ਰਾਹ ਵਿੱਚ ਹੀ ਰੁਕ ਗਏ, ਚੋਟੀ ਤੱਕ ਨਾ ਜਾ ਸਕੇ। ਸੋ ਸਾਹਿਬ ਕਹਿੰਦੇ ਪੇਕੇ ਘਰ ਵਿੱਚ ਅਜੇ ਮਾਂ ਬਾਪ ਦੇ ਪਾਸ, ਪੇਕਾ ਘਰ ਕਿਹੜਾ? ਆ ਲੋਕ ਜਿਹੜਾ, ਇਹਨੂੰ ਪਈਅੜ ਕਹਿੰਦੇ ਨੇ। ਸੋ ਇਸ ਲੋਕ ਦੇ ਵਿੱਚ ਇਹ ਜੀਵ ਰੂਪ ਇਸਤਰੀ ਰਹਿੰਦੀ ਹੋਈ ਜਦੋਂ ਇਸ ਬਾਰੇ ਸੁਣਿਆ ਕਿ ਪਰਮਾਤਮਾ ਦੀ ਪ੍ਰਾਪਤੀ ਹੋਣੀ ਕੋਈ ਸੌਖੀ ਨਹੀਂ, ਉਹਦਾ ਮਾਰਗ ਰਾਹ ਜਿਹੜਾ ਬੜਾ ਡਰਾਉਣਾ, ਕਠਿਨ, ਭਿਆਨਕ ਹੈ, ਤੇ ਮਨ 'ਚ ਡਰਿਆਸ ਡਰਦੀ ਹੈ, ਭੈ ਭੀਤ ਹੁੰਦੀ ਹੈ। ਉੱਚਾ ਪਰਬਤ ਗਾਖੜੋ, ਨਾ ਪੌੜੀ ਤਿਤ ਤਾਸ। ਉਹ ਜਿਹੜਾ ਪਰਬਤ ਦਾ ਅਰਥ ਹੈ ਪਹਾੜ, ਗਾਖੜੋ ਕਹਿੰਦੇ ਨੇ ਕਠਿਨ, ਜਿੱਤੇ ਉਹ ਪਹਾੜ ਜਿਸ ਤੇ ਚੜ੍ਹਨਾ ਬੜਾ ਔਖਾ ਕਠਿਨ ਹੋਵੇ। ਇਹੋ ਜਿਹੇ ਵੀ ਪਹਾੜ ਹਨ ਜਿਨ੍ਹਾਂ ਤੇ ਚੜ੍ਹਨਾ ਕੋਈ ਬਹੁਤਾ ਔਖਾ ਨਹੀਂ ਹੋਇਆ ਕਰਦਾ, ਪਰ ਕਈ ਬਰਫੀਲੇ ਪਹਾੜ ਇਹੋ ਜਿਹੇ ਹਨ, ਇੱਕ ਵਾਰੀ ਪੈਰ ਖਿਸਕੇ ਤੇ ਬੰਦਾ ਫੇਰ ਥੱਲੇ। ਸੋ ਸਾਹਿਬ ਕਹਿੰਦੇ ਉੱਚੋ ਪਰਬਤ, ਉੱਚੋ ਉੱਚਾ ਅਕਾਲ ਪੁਰਖ ਵਾਹਿਗੁਰੂ ਪਰਬਤ ਦੀ ਤਰ੍ਹਾਂ ਬੜਾ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾ ਵਾਰਾ। ਉਹ ਵਾਹਿਗੁਰੂ ਪਰਮੇਸ਼ਰ ਉੱਚਾ ਹੈ, ਉੱਚੋ ਮੋਹਣ ਸਭ ਤੋਂ ਉੱਚਾ ਹੈ। ਪਰਬਤ ਦੀ ਨਿਆਈ ਬਹੁਤ ਵਿਸ਼ਾਲ ਹੈ। ਜਿਸ ਤਰ੍ਹਾਂ ਸੁਮੇਰ ਪਰਬਤ ਹੈ, ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਉਹ ਪਰਬਤ ਹੈ। ਗਾਖੜੋ ਕਹੀਏ ਕਠਿਨ ਔਖਾ ਹੈ। ਤਾਂ ਇਹ ਬਾਣੀ 'ਚ ਲਿਖਿਆ, ਗੁਰ ਪੀਰਾਂ ਕੀ ਚਾਕਰੀ, ਮਹ ਕਰੜੀ ਸੁਖ ਸਾਰ। ਹੈ ਤਾਂ ਸਾਰ ਸ੍ਰੇਠ ਸੁਖ ਦੇਣ ਵਾਲੀ, ਪਰ ਹੈ ਕਰੜੀ, ਗਾਖੜੋ ਹੈ, ਕਠਿਨ ਹੈ, ਔਖੀ ਹੈ। ਗਾਖੜੋ ਦਾ ਅਰਥ ਹੁੰਦਾ ਕਠਿਨ, ਔਖਾ। ਤੇ ਪਹਾੜ ਤੇ ਚੜ੍ਹਨ ਵਾਸਤੇ ਹੁਣ ਕੋਈ ਵਸੀਲਾ ਤਾਂ ਚਾਹੀਦਾ। ਸਾਹਿਬ ਕਹਿੰਦੇ ਵਸੀਲਾ ਕੋਲ ਕੋਈ ਨਹੀਂ, ਨਾ ਪੌੜੀ ਤਿਤ ਤਾਸ। ਜਿਹੜੀ ਐਸ ਪੇਕੇ ਘਰ ਵਿੱਚ ਜੀਵ ਰੂਪ ਇਸਤਰੀ ਰਹਿ ਰਹੀ ਹੈ, ਉਹਦੇ ਕੋਲ ਨਾ ਕੋਈ ਪੌੜੀ, ਨਾ ਕੋਈ ਹੋਰ ਸਾਧਨ ਹੈ। ਹੁਣ ਪੌੜੀ ਕਿਹੜੀ ਹੈ? ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਦੋ ਥਾਵਾਂ ਤੇ ਜ਼ਿਕਰ ਕਰਕੇ ਖੋਲ ਦਿੱਤਾ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ। ਹੋਰ ਪੌੜੀ ਕਿਹੜੀ ਹੈ? ਸੰਤ ਕਾ ਮਾਰਗ ਧਰਮ ਕੀ ਪੌੜੀ। ਧਰਮ ਦੀ ਪੌੜੀ ਹੈ, ਭਾਉ ਭਗਤੀ ਤੇ ਬੰਦਗੀ ਦੀ ਪੌੜੀ, ਗੁਰਮਤ ਦੀ ਪੌੜੀ। ਇਹ ਪੌੜੀ ਕੋਲ ਹੈ ਹੀ ਨਹੀਂ, ਜਿਸ ਪੌੜੀ ਤੇ ਸਵਾਰ ਚੜ੍ਹ ਕਰਕੇ ਡੰਡੇ ਤਰਤੀਬਵਾਰ ਡੰਡਿਆਂ ਤੇ ਪੈਰ ਰੱਖਦਿਆਂ ਉੱਪਰ ਜਾਇਆ ਜਾ ਸਕੇ। ਤੇ ਸਾਹਿਬ ਕਹਿ ਰਹੇ ਨੇ ਨਾ ਪੌੜੀ ਕੋਲ ਨਹੀਂ ਹੈ। ਗੁਰੂ ਧਾਰਨ ਹੀ ਨਹੀਂ ਕੀਤਾ। ਤਿਤ ਤਿਸ ਤਾਸ ਉਸ ਜੀਵ ਰੂਪ ਇਸਤਰੀ ਨੇ। ਪਹਾੜ ਤੇ ਚੜ੍ਹਨਾ ਤਾਂ ਲੋਚਦੀ ਹੈ,
ਪਰ ਕੋਲ ਪੌੜੀ ਹੈ ਹੀ ਨਹੀਂ ਹੈ। ਭਾਉ ਭਗਤੀ ਨਾਮ ਸਿਮਰਨ ਦੀ ਗੁਰੂ ਨੂੰ ਧਾਰਨ ਕਰਨ ਰੂਪੀ ਧਰਮ ਦੀ ਪੌੜੀ ਕਹਿੰਦੇ ਕੋਲ ਹੈ ਨਹੀਂ ਹੈ। ਗੁਰਮੁਖ ਅੰਤਰ ਜਾਣਿਆ ਗੁਰ ਮਿਲੇ ਤਰਿਆਸ। ਗੁਰਮਤ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕਰਦੀ ਕਿ ਨਹੀਂ ਭਾਈ ਤੂੰ ਨਹੀਂ ਹੁਣ ਜਾ ਸਕਦਾ। ਨਿਰਾਸੰ ਆਸ ਪੂਰਨ ਹੈ। ਇਹ ਗੁਰੂ ਦੀ ਮੱਤ ਦਾ ਸਿਧਾਂਤ, ਜਿਹੜੇ ਨਿਰਾਸ਼ ਹੋ ਜਾਣ ਸਾਰੇ ਪਾਸਿਆਂ ਤੋਂ, ਸਤਿਗੁਰੂ ਸਾਹਿਬ ਜੀ ਉਸ ਦੀ ਆਸ ਪੂਰੀ ਕਰ ਦਿੰਦੇ। ਨਿਰਾਸ਼ਿਆਂ ਦੀ ਆਸ ਪੂਰੀ ਕਰਨ ਵਾਲੇ ਨੇ। ਗੁਰੂ ਸਾਹਿਬ ਜੀ ਧੀਰਜ ਬਣਾ ਰਹੇ ਨੇ। ਗੁਰਮੁਖ ਅੰਤਰ ਜਾਣਿਆ ਗੁਰਮੁਖ ਮੁਖੀ ਗੁਰੂ ਦੁਆਰਾ। ਗੁਰਮੁਖ ਜਨਾਂ ਨੇ ਗੁਰੂ ਦੀ ਕਿਰਪਾ ਦੁਆਰਾ, ਅੰਤਰ ਦਾ ਅਰਥ ਹੈ ਅੰਦਰ, ਜਾਣਿਆ ਕਹਿੰਦੇ ਨੇ ਜਾਣ ਲਿਆ। ਕਿਵੇਂ ਜਾਣਿਆ? ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਗੁਰੂ ਨੇ ਦੱਸ ਦਿੱਤਾ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਹਿਰਦੇ ਰੂਪੀ ਘਰ ਵਿੱਚ ਅਖੀਰ ਜਿੰਨਾ ਚਿਰ ਗੱਲ ਬੰਦੇ ਦੇ ਤਜਰਬੇ ਵਿੱਚ ਨਾ ਆਵੇ। ਆਮ ਪੰਜਾਬੀ ਦੀ ਕਹਾਵਤ ਹੈ ਕਿ ਮੱਛੀ ਜਿਹੜੀ ਪੱਥਰ ਚੱਟ ਕੇ ਮੁੜਦੀ ਹੈ। ਬੜੇ ਸਾਧੂ ਮਹਾਤਮਾ ਇਹੋ ਜਿਹੇ ਹੋਏ ਜਿਨ੍ਹਾਂ ਨੂੰ ਜਦੋਂ ਜੀਵਨ ਦਾ ਤੱਤ ਮਿਲਿਆ ਉਹ ਦੱਸਣ ਤੋਂ ਗੁਰੇਜ਼ ਨਹੀਂ ਕੀਤਾ, ਉਹਨਾਂ ਸਗੋਂ ਦੱਸ ਦਿੱਤਾ। ਬਾਬਾ ਫਰੀਦ ਸਾਹਿਬ ਨੇ ਦੱਸਿਆ ਬਾਣੀ ਅੰਦਰ, ਜੰਗਲ ਜੰਗਲ ਕਿਆ ਭਵਹਿ ਵਨ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ। ਹਿਆਲੀਏ ਵੀ ਅੰਤਰ ਹਿਰਦੇ ਨੂੰ ਕਹਿੰਦੇ ਹਨ। ਤੇ ਮਾਲਕ ਹਿਰਦੇ ਵਿੱਚ ਵਸਦਾ। ਜੰਗਲ ਕਿਆ ਢੂੰਡੇ ਹੈ, ਕਾਹਦੇ ਵਾਸਤੇ ਬਾਹਰ ਢੂੰਡਣਾ ਹੈ। ਵਨ ਕੰਡੇ ਹੀ ਮੋੜਨਾ ਕਰੇਗਾ, ਪੈਰਾਂ ਵਿੱਚ ਹੀ ਮਰਵਾਏਗਾ, ਭਟਕੇਗਾ। ਗੁਰਮੁਖ ਅੰਤਰ ਜਾਣਿਆ, ਗੁਰੂ ਦੀ ਮੱਤ ਦੁਆਰਾ ਗੁਰਮੁਖਾਂ ਨੇ ਮੁਖੀ ਗੁਰੂ ਦੀ ਕਿਰਪਾ ਸਦਕਾ ਅੰਤਰਾਤਮੇ ਹਿਰਦੇ 'ਚ ਜਾਣ ਲਿਆ। ਜਦੋਂ ਜਾਣ ਲਿਆ ਫਿਰ ਗੁਰ ਮੇਲੀ, ਗੁਰੂ ਨੇ ਕਿਰਪਾ ਕਰਕੇ, ਜਿਹੜਾ ਸੁਣੀਦਾ ਸੀ ਨਾ ਕਿ ਉੱਚੇ ਪਹਾੜ ਤੇ ਰਹਿੰਦਾ, ਬੜੀ ਦੂਰ ਉਹਦਾ ਵਾਸਾ ਹੈ, ਗੁਰੂ ਨੇ ਕਿਰਪਾ ਕਰਕੇ ਮੇਲੀ ਜਦੋਂ ਮੇਲ ਦਿੱਤੀ। ਤਰਿਆਸ ਦਾ ਅਰਥ ਹੈ ਗੁਰਮੁਖ ਜੀਵ ਇਸਤਰੀ ਤਰਿਆਸ ਤਰ ਗਈ, ਇਹ ਸੰਸਾਰ ਸਾਗਰ ਭਵਜਲ ਤੋਂ ਪਾਰ ਹੋ ਗਈ। ਭਾਈ ਰੇ ਭਵਜਲ ਬਿਖਮ ਡਰਾਓ। ਭਾਈ ਰੇ ਸੰਬੋਧਨ ਵਾਚਕ ਸ਼ਬਦ ਹੈ। ਹੇ ਮੇਰੇ ਭਰਾਵੋ, ਬੜਾ ਪਿਆਰ ਸਤਿਗੁਰੂ ਪਾਤਸ਼ਾਹ ਨੇ ਲੁਕਾਈ ਨੂੰ ਦਿੱਤਾ। ਨਹੀਂ ਤੇ ਕੌਣ ਕਹਿੰਦਾ ਕਿ ਤੂੰ ਮੇਰਾ ਭਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਭਰਾਵੋ, ਜਿਹੜਾ ਭਵ ਜਲ, ਭਵ ਦਾ ਅਰਥ ਹੁੰਦਾ ਭੈ, ਜਲ ਕਹਿੰਦੇ ਪਾਣੀ। ਉਹ ਪਾਣੀ ਜਿਹੜਾ ਬੜਾ ਗਹਿਰਾ ਡੂੰਘਾ ਵਿਸ਼ਾਲ ਹੋਵੇ, ਜਿਹਨੂੰ ਵੇਖਿਆ ਹੀ ਭੈ ਮਨ ਵਿੱਚ ਪੈਦਾ ਹੋਵੇ। ਸੰਸਾਰੀ ਸਮੁੰਦਰ ਬਹੁਤ ਤਰ੍ਹਾਂ ਦੇ ਪਾਣੀ ਜਿਨ੍ਹਾਂ ਚੋਂ ਲਹਿਰਾਂ ਉੱਠਦੀਆਂ ਸੀ, ਤਰਨ ਵਾਲੇ ਤਰ ਗਏ। ਪਰ ਇੱਕ ਸੰਸਾਰ ਸਮੁੰਦਰ ਹੈ ਜਿਹਨੂੰ ਬਾਣੀ ਨੇ ਭਵਜਲ ਆਖਿਆ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਹੈ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਨੌਜਵਾਨਾਂ ਨੂੰ ਪਾਰ ਲੰਘਦਿਆਂ ਵੇਖ ਕੇ ਨੌਜਵਾਨ ਇਸਤਰੀ ਜਿਹੜੇ ਸੀ ਉਹਦੇ ਮਨ ਨੂੰ ਧੀਰਜ ਆ ਗਿਆ ਕਿ ਆ ਗੱਭਰੂ ਲੰਘ ਸਕਦੇ ਤੇ ਮੈਂ ਕਿਉਂ ਨਹੀਂ ਲੰਘ ਸਕਦੀ। ਉਹ ਵੀ ਠਿੱਲ ਪਈ। ਸਾਹਿਬ ਕਹਿੰਦੇ ਗੁਰੂ ਨੇ ਦੱਸਿਆ, ਭਾਈ ਭਵਜਲ ਬਿਖਮ ਡਰਾਓ। ਜੇਕਰ ਇਹ ਬਿਖਮ ਔਖਾ ਹੈ, ਡਰਾਉਣਾ ਹੈ, ਜਿਹਨੂੰ ਵੇਖਿਆ ਸੁਣਿਆ ਭੈ ਮਨ ਵਿੱਚ ਪੈਦਾ ਹੋਵੇ, ਫਿਰ ਤਰਿਆ ਕਿਵੇਂ ਜਾ ਸਕਦਾ। ਰਹਿ ਰਾਸ ਵਿੱਚ ਅਸੀਂ ਨਿਤ ਪੜ੍ਹਦੇ ਹਾਂ, ਸਰੰਜਾਮ ਲਾਗ ਭਵਜਲ ਤਰਨ ਕੇ। ਸਰੰਜਾਮ ਦਾ ਅਰਥ ਹੁੰਦਾ ਬੰਦੋਬਸਤ, ਇੰਤਜ਼ਾਮ ਕਰਨਾ, ਉਪਾਅ ਕਰਨਾ, ਕੋਈ ਵਸੀਲਾ ਵਰਤਣਾ। ਗੁਰੂ ਸਾਹਿਬ ਕਹਿੰਦੇ ਭਾਈ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਕੋਈ ਨਾ ਕੋਈ ਤਾਂ ਵਸੀਲਾ ਕਰ ਲੈ, ਕੋਈ ਨਾ ਕੋਈ ਤਾਂ ਬੰਦੋਬਸਤ ਕਰ, ਇੰਤਜ਼ਾਮ ਕਰ। ਉਹ ਇੰਤਜ਼ਾਮ ਕਿਹੜਾ ਹੈ? ਭਵਜਲ ਬਿਨ ਸ਼ਬਦੇ ਕਿਉਂ ਤਰੀਐ, ਨਾ ਬਿਨਾ ਜਗ ਰੋਗ ਵਿਆਪਿਆ, ਦੁਬਿਧਾ ਡੁੱਬ ਮਰੀਐ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਸੰਸਾਰ ਸਾਗਰ ਭਵਜਲ ਹੈ ਨਾ, ਇਹ ਨਾਮ ਤੋਂ ਬਿਨਾ ਨਹੀਂ ਤਰਿਆ ਜਾ ਸਕਦਾ। ਸਿੱਧਾ ਨੇ ਪੁੱਛਿਆ ਸੀ ਸੰਸਾਰ ਕਿਵੇਂ ਤਰਿਆ ਜਾਵੇ। ਸਾਹਿਬ ਕਹਿੰਦੇ ਭਵਜਲ ਸ਼ਬਦ ਲੰਘਾਵਨ ਹਾਰ। ਗੁਰੂ ਦਾ ਸ਼ਬਦ ਹੀ ਸੰਸਾਰ ਸਾਗਰ ਭਵਜਲ ਤੋਂ ਪਾਰ ਲੰਘਾਉਣ ਵਾਲਾ ਹੈ। ਸੋ ਸਾਹਿਬ ਫਰਮਾ ਰਹੇ ਨੇ, ਭਾਈ ਰੇ ਭਵਜਲ ਬਿਖਮ ਡਰਾਓ। ਬੜਾ ਡਰਾਉਣਾ ਤੇ ਭਿਆਨਕ ਖਤਰਨਾਕ ਇਸ ਸੰਸਾਰ ਸਾਗਰ ਨੂੰ ਤਰਨਾ ਔਖਾ ਹੈ। ਪੂਰਾ ਸਤਿਗੁਰ ਰਸ ਮਿਲੈ, ਗੁਰ ਤਾਰੇ ਹਰਿ ਨਾਉ। ਜਦੋਂ ਪੂਰਾ ਸਤਿਗੁਰੂ ਸ਼ਬਦ ਬੜਾ ਮਹਾਨ ਹੈ। ਇਸ ਗੱਲ ਵਿੱਚ ਕੋਈ ਸ਼ੱਕ ਸੰਦੇਹ ਨਹੀਂ ਕਿ ਸਤਿਗੁਰੂ ਕੌਣ ਹੁੰਦਾ।
ਪਰ ਨਾਲ ਪੂਰਾ ਸ਼ਬਦ ਲਾਉਣ ਦਾ ਅਰਥ ਕੀ ਰਿਹਾ? ਫਿਰ ਮਤਲਬ ਕੀ ਹੈ? ਕਿਉਂਕਿ ਸੰਸਾਰ ਦੇ ਅੰਦਰ ਬਹੁਤ ਸਾਰੇ ਅਧੂਰੇ ਮਨੁੱਖ ਸਨ ਜਿਹੜੇ ਆਪਣੇ ਆਪ ਨੂੰ ਸਤਿਗੁਰੂ ਖਵਾਉਂਦੇ ਸਨ। ਅੱਜ ਵੀ ਖਵਾਉਂਦੇ, ਉਹਨਾਂ ਦੇ ਵੋਟਾਂ ਦੇ ਥਾਂ ਥਾਂ ਤੇ ਲਿਖਿਆ ਮਿਲ ਜਾਏਗਾ, ਲੱਗੇ ਹੁੰਦੇ ਹਨ, ਬੈਨਰ ਲੱਗੇ ਹੁੰਦੇ। ਸਤਿਗੁਰੂ ਨੂੰ ਖਵਾਉਣਾ ਕੋਈ ਔਖਾ ਥੋੜਾ, ਜਿਹੜਾ ਮਰਜ਼ੀ ਲਿਖਵਾ ਲਵੇ। ਪਰ ਸਾਹਿਬ ਕਹਿੰਦੇ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ। ਹੁਣ ਪਰਿਭਾਸ਼ਾ ਕੀ ਹੈ? ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਐ। ਜਿਹਦੇ ਕੋਲ ਜਾ ਕੇ ਮਨ ਦੀ ਦੁਬਿਧਾ ਹੀ ਨਾਸ਼ ਹੋ ਜੇ, ਤੇ ਜਿਹਦੇ ਕੋਲ ਜਾ ਕੇ ਮਾਣੀ ਦੁਚਿੱਤੀ ਵਿੱਚ ਪੈ ਜਾਵੇ ਕਿ ਸੱਚ ਕੀ ਹੈ, ਤੇ ਇਹੋ ਜਿਹੇ ਮਨੁੱਖ ਨੂੰ ਕੀ ਸਤਿਗੁਰੂ ਕਹਿਣਾ ਚਾਹੀਦਾ? ਨਹੀਂ। ਜਿੱਥੇ ਸੱਚ ਦਾ ਬਾਣੀ ਵਿੱਚ ਪੂਰੇ ਗੁਰੂ ਦਾ ਜ਼ਿਕਰ, ਉੱਥੇ ਅਧੂਰੇ ਦਾ ਵੀ ਵਾਰ-ਵਾਰ ਸਾਹਿਬਾਂ ਨੇ ਜ਼ਿਕਰ ਕੀਤਾ ਕਿ ਕਾਚੇ ਗੁਰ ਤੇ ਮੁਕਤ ਨਾ ਹੋਵਾ, ਭਾਵ ਕਿ ਕੱਚੇ ਪੇਲੇ ਵੀ ਬਹੁਤ ਹਨ। ਇਸ ਵਾਸਤੇ ਗੁਰ ਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ, ਜਿਨ੍ਹਾਂ ਪੂਰੇ ਗੁਰੂ ਨੂੰ ਸਿਮਰਿਆ ਉਹ ਨਿਹਾਲ ਹੋ ਗਏ, ਉਹ ਤਰ ਗਏ। ਪੂਰਾ ਸਤਿਗੁਰ ਰਸ ਮਿਲਾਏ। ਰਸ ਦਾ ਇੱਥੇ ਅਰਥ ਹੈ ਪਿਆਰ, ਸਨੇਹ, ਮੁਹੱਬਤ। ਰਸ ਬਹੁ ਅਰਥਕ ਸ਼ਬਦ ਹੈ। ਗੰਨੇ ਦਾ ਵੀ ਰਸ ਹੈ, ਸੇਬਾਂ ਦਾ ਵੀ ਹੈ, ਫਲਾਂ ਦਾ ਬੜੇ ਤਰ੍ਹਾਂ ਦਾ ਰਸ ਹੈ, ਵਿਕਾਰਾਂ ਦਾ ਵੀ ਰਸ ਹੈ। 9 ਰਸਾਂ ਦਾ ਜ਼ਿਕਰ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਾਣੀ ਅੰਦਰ ਕੀਤਾ ਕਿ ਰਸ ਸੋਨਾ ਰਸ ਰੂਪਾ ਪਰਮਲ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। 9 ਤਰ੍ਹਾਂ ਦੇ ਰਸ ਨੇ। ਇੱਕ ਉਹ ਵੀ ਰਸ ਹੈ ਰਾਰਾ ਰਸ ਨਿਰਸ ਕਰ ਜਾਣਿਆ, ਇਹ ਰਸ ਛੋਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਉਹ ਹੈ ਨਾਮ ਦਾ ਰਸ। ਪਰ ਇੱਥੇ ਰਸ ਦਾ ਅਰਥ ਹੈ ਪ੍ਰੇਮ। ਗੁਰੂ ਸਾਹਿਬ ਕਹਿ ਰਹੇ ਨੇ ਪੂਰਾ ਸਤਿਗੁਰ ਰਸ ਮਿਲੈ। ਪੂਰਾ ਸਤਿਗੁਰੂ ਪ੍ਰੇਮ ਨਾਲ ਮਿਲਦਾ ਹੈ। ਸੈਦੇ ਮਲਾਹ ਕੋਲ ਕਿਹੜੀਆਂ ਰੋਕੜਾਂ ਸਨ ਦੇਣ ਵਾਸਤੇ? ਭਾਈ ਗਰੀਬੂ ਕੋਲ ਕੀ ਸੀ? ਤੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਭਾਈ ਗਰੀਬੂ ਜਿਹੜੀ ਭੇਟਾ ਤੂੰ ਲੈ ਕੇ ਆਇਆ ਨਾ, ਉਹ ਭੇਟਾ ਲੈਣ ਵਾਸਤੇ ਮੈਂ ਖੁਦ ਚੱਲ ਕੇ ਲਿਆ। ਸਾਹਿਬਾਂ ਨੇ ਆਪ ਝੋਲੀ ਫੈਲਾਈ ਸੀ ਤੇ ਕਿਹਾ ਸੀ ਮਹਾਰਾਜ ਆ ਕੌਡੀ ਹੈ। ਸੱਚਖੰਡ ਹਰਿਮੰਦਰ ਸਾਹਿਬ ਦੀ ਪਿਛਲੀ ਨੁੱਕਰ ਵਿੱਚ ਬੈਠਾ ਸੋਚ ਰਿਹਾ ਸੀ ਇੱਥੇ ਤਾਂ ਹੀਰੇ ਜਵਾਹਰਾਤ ਮੋਤੀਆਂ ਦੇ ਅੰਬਾਰ ਲੱਗੇ ਨੇ, ਤੇ ਮੇਰੀ ਕੌਡੀ ਨੂੰ ਕਿੰਨੇ ਪੁੱਛਣਾ? ਪਰ ਸਾਹਿਬਾਂ ਕਿਹਾ ਸੀ ਕਿ ਪ੍ਰੇਮ ਹੋਵੇ ਸੀ। ਭਾਵਣੀ ਭਗਤ ਭਾਏ ਕੌਡੀ, ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਤਾਈਏ ਕਿਹਾ ਕਿ ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਦਾ ਭੁੱਖਾ, ਪਦਾਰਥਾਂ ਦਾ ਨਹੀਂ। ਸਾਹਿਬ ਕਹਿੰਦੇ ਪੂਰਾ ਸਤਿਗੁਰ ਰਸ ਮਿਲਾ ਹੈ। ਪ੍ਰੇਮ ਦੁਆਰਾ ਮਿਲੇ ਦਾ ਅਰਥ ਹੈ ਮਿਲਦਾ ਹੈ। ਦੂਸਰਾ ਭਾਵ ਇਹਦਾ ਹੈ ਕਿ ਜਦੋਂ ਪੂਰੇ ਸਤਿਗੁਰੂ ਕੋਲੋਂ ਰਸ ਮਿਲੇ, ਪ੍ਰੇਮ ਪ੍ਰਾਪਤ ਹੋ ਜਾਏ। ਗੁਰ ਤਾਰੇ ਹਰ ਨਾਉ, ਗੁਰੂ ਫਿਰ ਤਾਰਦਾ ਕਿਵੇਂ? ਤਾਰਦਾ ਹਰ ਨਾਉ, ਹਰੀ ਦਾ ਨਾਮ ਦੇ ਕੇ। ਗੁਰੂ ਕੋਲ ਨਾਮ ਹੈ। ਸਤਿਗੁਰ ਪੂਰਾ ਹੈ ਗੁਰੂ। ਤੇ ਨਾਲ ਸਾਹਿਬਾਂ ਦੱਸ ਦਿੱਤਾ ਹੈ ਕਿ ਸਤਿਗੁਰ ਦਾਤਾ ਨਾਮ ਕਾ ਗੰਤ ਭਰੇ, ਪੂਰਾ ਜਿਸ ਭੰਡਾਰ। ਗੁਰੂ ਨਾਮ ਦਾ ਦਾਤਾ, ਉਹਦੇ ਭੰਡਾਰ ਵਿੱਚ ਕੋਈ ਕਮੀ ਨਹੀਂ ਹੈ। ਪੂਰਨ ਭੰਡਾਰ ਹੈ ਨਾਮ ਦਾ ਖਜ਼ਾਨਾ, ਲਬਾ ਲਬ ਭਰਿਆ ਪਿਆ ਹੈ। ਉਹ ਕਦੀ ਮੁੱਕਦਾ ਨਹੀਂ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਸੋ ਗੁਰੂ ਹੀ ਹਰ ਨਾਉ ਹਰੀ ਦਾ ਨਾਮ ਦੇ ਕਰਕੇ ਜਗਿਆਸੂ ਜੀਵ ਰੂਪ ਇਸਤਰੀ ਨੂੰ ਸੰਸਾਰ ਸਾਗਰ ਭਵਜਲ ਤੋਂ ਪਾਰ ਲੰਘਾ ਦਿੰਦਾ ਹੈ। ਰਹਾਓ। ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਨ ਕਰਦਿਆਂ ਕੇਂਦਰੀ ਭਾਵ ਬਖਸ਼ਿਸ਼ ਕੀਤਾ ਕਿ ਭਾਈ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਐਵੇਂ ਡਰੋ ਘਬਰਾਓ ਨਾ। ਆਤਮਾ ਦਾ ਮਾਰਗ ਹੈ ਜ਼ਰੂਰ ਔਖਾ, ਕੋਈ ਸ਼ੱਕ ਨਹੀਂ, ਪਰ ਗੁਰੂ ਜੀ ਦੀ ਬਿਰਤੀ ਰੂਪੀ ਬਾਂਹ ਫੜ ਲਵੇ ਨਾ, ਉਹਦੇ ਵਾਸਤੇ ਸਿੰਧ ਸਮਾਇਓ ਘਟ ਕੇ ਮਾਹੇ। ਸਮੁੰਦਰ ਘੜੇ ਵਿੱਚ ਬੰਦ ਹੋ ਜਾਂਦਾ ਹੈ। ਸਾਗਰ ਤਰਿਓ ਬਾਸ਼ਰ ਖੋਜ। ਸਾਗਰ ਸਮੁੰਦਰ ਇਸ ਤਰ੍ਹਾਂ ਉਤਰ ਜਾਂਦਾ ਜਿਵੇਂ ਵੱਛੇ ਦੇ ਖੁਰ ਵਿੱਚ ਪਾਣੀ ਭਰਿਆ ਹੋਵੇ ਤੇ 5 ਸਾਲ ਦਾ ਬੱਚਾ ਵੀ ਲਾਂਘ ਪੁੱਟ ਕੇ ਅੱਗੇ ਲੰਘ ਜਾਂਦਾ ਨਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਗੁਰਮੁਖਾਂ ਵਾਸਤੇ ਸੰਸਾਰ ਸਾਗਰ ਬੜਾ ਸੌਖਾ ਹੋ ਜਾਂਦਾ ਹੈ। ਨਹੀਂ ਤਾਂ ਦੂਸਰਾ ਪਾਸਾ ਵੀ ਵਰਣਨ ਕੀਤਾ ਹੈ। ਕੁਚਲ ਕਠੋਰ ਕਾਮ ਗਰਦਬ ਹੈ, ਖੋਟੀ ਚਾਲ ਚੱਲਣ ਵਾਲੇ ਕਾਮੀ ਗਰਦਬ ਖੋਤੇ ਗਧੇ ਦੀ ਨਿਆਏ ਜੀਵ। ਤੁਮ ਨਹੀਂ ਸੁਣਿਓ ਧਰਮ ਰਾਏ, ਮਹਾ ਸਮੁੰਦ ਸਾਗਰ ਲੰਘਣਾ, ਪਾਰ ਨਾ ਪਰਨਾ ਜਾਏ। ਬੜਾ ਔਖਾ ਹੈ।
ਤੇ ਨਾਲ ਦੱਸ ਦਿੱਤਾ ਤੂੰ ਸਮਾਨ ਬੜਾ ਚੁੱਕੀ ਫਿਰਦਾ ਹੈ। ਵਿਕਾਰ ਪਾਥਰ ਗਲੇ ਬੰਨ੍ਹੇ ਨਿੰਦ ਪੋਟ ਸਰਾਏ, ਨਿੰਦਾਂ ਦੀਆਂ ਪੋਟਲੀਆਂ ਪੰਡਾਂ ਚੁੱਕੀਆਂ ਤੇ ਵਿਕਾਰਾਂ ਦੇ ਪੱਥਰ ਗਲ ਵਿੱਚ ਨੇ। ਇਸ ਤਰ੍ਹਾਂ ਸਮੁੰਦਰ ਨਹੀਂ ਤਰਿਆ ਜਾਣਾ। ਗੁਰਮੁਖ ਜਨ ਇਹਨਾਂ ਭਾਰਾਂ ਤੋਂ ਹੌਲੇ ਹੋ ਕਰਕੇ ਆਤਮਾ ਨੂੰ ਸਵੱਛ ਤੇ ਸ਼ੁੱਧ ਕਰਕੇ ਪਰਲੋਕ ਦੇ ਰਸਤੇ ਤੇ ਤੁਰਦੇ ਹੋਏ ਜੀਵਨ ਸਫਲ ਕਰ ਜਾਂਦੇ ਹਨ। ਦੂਸਰਿਆਂ ਵਾਸਤੇ ਪਰਲੋਕ ਵਿੱਚ ਹਨੇਰਾ ਹੈ, ਗੁਰਮੁਖਾਂ ਵਾਸਤੇ ਪਰਲੋਕ ਵਿੱਚ ਵੀ ਚਾਨਣ ਹੈ। ਉਹ ਆਪਣਾ ਲੋਕ ਤੇ ਪਰਲੋਕ ਸਵਾਰ ਲੈਂਦੇ ਨੇ। ਜਿੰਨਾ ਚਿਰ ਲੋਕ ਨਾ ਸਵਰਿਆ ਕਦੀ ਪਰਲੋਕ ਨਹੀਂ ਸਵਰਦਾ। ਪੰਡਤਾਂ ਬ੍ਰਾਹਮਣਾਂ ਨੇ ਗੱਲ ਬੜੀ ਭੁਲੇਖਾ ਪਾਇਆ ਸੀ ਕਿ ਇੱਥੇ ਜੋ ਮਰਜ਼ੀ ਕਰੋ ਪਰਲੋਕ ਵਿੱਚ ਸੌਖੇ ਹੋ ਜਾਓਗੇ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਜਿੰਨਾ ਚਿਰ ਲੋਕ ਸੁਖੀ ਨਹੀਂ ਨਾ ਹਾਲਤ ਸੁਖ ਭਲਤ ਸੁਖ। ਪਹਿਲਾਂ ਜ਼ਿਕਰ ਹੀ ਐਸ ਸੁਖ ਦਾ, ਫਿਰ ਪਰਲੋਕ ਦਾ ਜ਼ਿਕਰ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਫਿਰ ਹੀ ਤੁਸੀਂ ਪਰਲੋਕ 'ਚ ਸੁਹੇਲੇ ਸੁਖੀ ਹੋ ਸਕਦੇ ਹੋ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਮਨ ਬੁੱਧ ਚਿੱਤ ਵਿੱਚ ਵਸ ਜਾਏ। ਜੀਵਨ ਕਾਲ ਵਿੱਚ ਵਿਚਰਦਿਆਂ ਸਤਿਗੁਰੂ ਜੀ ਦਾ ਉਪਦੇਸ਼ ਸਿੱਖਿਆ ਸਿਧਾਂਤ ਕਮਾ ਸਕੀਏ। ਸਾਹਿਬਾਂ ਜੀ ਦੀ ਪਾਵਨ ਬਾਣੀ ਆਗਾਧ ਬੋਧ ਹੈ। ਤੁਛ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨੀ ਜੀ। ਭਾਈ ਰੇ ਭਵ ਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੈ, ਗੁਰ ਤਾਰੇ ਹਰਿ ਨਾਉ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਨਹੁ ਸੰਤੋ। ਸ਼ਬਦ ਤਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਨਹੁ ਵਡ ਭਾਗੇ ਹੋ।
ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ